ਸੁਰਜੀਤ ਅਸੀਂ ਨਾ ਜਨਮਜਾਤ ਕਲਾਕਾਰ ਹਾਂ ਤੇ ਮੈਂ ਕਲਾਸ 1 ਅਫਸਰ ਦੀ ਜਿਹੜੀ ਹੈਗੀ ਹੈ ਨੌਕਰੀ ਤੋਂ ਰਿਜ਼ਾਈਨ ਦਿੱਤਾ ਹੈ ਕੁਝ ਸਾਲ ਪਹਿਲਾਂ। ਅਸੀਂ ਪਹਿਲਾਂ ਤਾਂ ਕਿਸਾਨ ਹਾਂ ਤੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਜੇ ਕਲਾ ਦਿੱਤੀ ਆ ਤੇ ਅੱਜ ਸਾਡੇ ਕਿਸਾਨ ਭਰਾਵਾਂ ਤੇ ਅਖਿਆਈ ਹੈ। ਜਿਹੜੇ 3 ਕਾਲੇ ਕਾਨੂੰਨ ਹੈ ਉਹ ਤਾਂ ਬਿਲਕੁਲ ਰੋਡ ਕਿਨਾਰੇ ਕਰ ਦੇਣਗੇ ਤੇ ਅਸੀਂ ਇਸ ਵਿਰੋਧ ਨੂੰ ਜਿਹੜਾ ਹੈਗਾ ਆਪਣਾ ਦਰਸਾਉਣ ਵਾਸਤੇ, ਉਹਦਾ ਸਮਰਥਨ ਕਰਨ ਵਾਸਤੇ ਆਪਣੇ ਕਿਸਾਨਾਂ ਦਾ ਅਸੀਂ ਇਹ ਜਿਹੜੀ ਨਿਵੇਕਲੀ ਕਲਾਕ੍ਰਿਤੀ ਤਿਆਰ ਕੀਤੀ ਹੈ। ਤੇ ਉਦੋਂ ਹੀ ਸਾਨੂੰ ਫਿਰ ਇੱਧਰ ਜਿਹੜਾ ਹੈਗਾ ਕਾਲੇ ਕਾਨੂੰਨਾਂ ਦੇ ਕਰਕੇ ਸਾਡਾ ਮਨ ਬਹੁਤ ਖਰਾਬ ਹੋਇਆ, ਦੁਖੀ ਹੋਇਆ ਤੇ ਅਸੀਂ ਫਿਰ ਇਹ ਉਪਰਾਲਾ ਕੀਤਾ 1 ਮਹੀਨੇ ਤੋਂ ਅਸੀਂ ਫਿਰ ਲਗਾਤਾਰ ਇਹ ਕੰਮ ਕਰਕੇ ਤਿਆਰ ਕਰਕੇ ਫਿਰ ਪਿੰਡੋਂ ਪਿੰਡੀ ਅਸੀਂ ਜਿਹੜਾ ਹੈਗਾ ਉਹ ਇਸ ਰੋਹ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਅਸੀਂ ਜਿਹੜਾ ਹੈਗਾ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ। ਜ਼ੋਰ ਹੋ ਗਏ ਰਾਖੇ ਵਾੜ ਖੇਤ ਨੂੰ ਖਾ ਗਈ ਏ, ਅਣਖ ਪੰਜਾਬ ਦੀ ਜਾਗੀ ਸਾਰਾ ਮੁਲਕ ਜਗਾ ਗਈ ਏ। ਅਣਖ ਪੰਜਾਬ ਦੀ ਜਾਗੀ ਸਾਰਾ ਮੁਲਕ ਜਗਾ ਗਈ ਏ। ਸਾਡੀ ਦੁੱਖਾਂ ਭਰੀ ਏ ਜੁੱਤੀ ਤੇਰੇ ਸਿਰ ਵਿੱਚ ਝਾੜਾਂਗੇ, ਧੱਕੇ ਬੜੇ ਸਹਾਰੇ ਹੁਣ ਨਾ ਹੋਰ ਸਹਾਰਾਂਗੇ, ਜਿੱਤ ਕੇ ਮੁੜਾਂਗੇ ਦਿੱਲੀਏ ਤੇ ਇੱਥੋਂ ਹੁਣ ਨਾ ਹਾਰਾਂਗੇ। ਇਸੇ ਤਰ੍ਹਾਂ ਬਣਾਈ ਆ ਡਾਕਟਰ ਸਵਾਮੀਨਾਥਨ, ਜਿਵੇਂ ਕਿਸਾਨ ਨੂੰ ਇਸ ਤਰ੍ਹਾਂ ਹੱਥ ਰੱਖ ਕੇ ਕਹਿ ਰਹੇ ਨਾ ਵੀ ਤੂੰ ਪਰਵਾਹ ਨਾ ਕਰ, ਰਿਪੋਰਟ ਲਾਗੂ ਹੋਊਗੀ ਤੇ ਵਾਕਈ ਹੋਊਗੀ। ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਆ। ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਤੇ ਪੰਜਾਬ ਵਿੱਚੋਂ ਵੀ ਲਗਾਤਾਰ ਕਿਸਾਨ ਨੇ ਜਿਹੜੇ ਉਹ ਸਰਹੱਦਾਂ ਤੇ ਨੂੰ ਜਾ ਰਹੇ ਨੇ, ਕੁਝ ਆ ਰਹੇ ਨੇ। ਇਹ ਸਿਲਸਿਲਾ ਚੱਲ ਰਿਹਾ। ਇਹ ਜੱਟਾਂ ਨੇ ਖੇਤ ਦੀ ਤਰ੍ਹਾਂ ਹੀ ਦਿੱਲੀ ਬਣਾਈ ਪਈ ਆ। ਸਾਡੇ ਨਾਲ ਵੀਰ ਨੇ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਕਿਸਾਨ ਦਾ, ਜੋ ਪੁਰਾਤਨ ਸਮੇਂ ਦੇ ਵਿੱਚ ਹਲ ਪੰਜਾਲੀ ਤੇ ਬੈਲਾਂ ਦੀ ਜੋੜੀ ਸੀਗੀ, ਉੱਦਾਂ ਦਾ ਇੱਕ ਸਕੈਚੂ ਤਿਆਰ ਕੀਤਾ ਹੈ ਜੋ ਕਿ ਦਿੱਲੀ ਧਰਨੇ ਤੇ ਲੈ ਕੇ ਚੱਲੇ ਨੇ। ਕਰਦੇ ਹਾਂ ਗੱਲ ਵੀਰ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮਨਜੀਤ ਸਿੰਘ ਗਿੱਲ ਹੈ, ਪਿੰਡ ਮੇਰਾ ਹੈਗਾ ਘੱਲ ਕਲਾਂ ਮੋਗੇ ਦੇ ਕੋਲ ਤੇ ਇਹ ਮੇਰਾ ਛੋਟਾ ਭਰਾ ਸੁਰਜੀਤ ਸਿੰਘ ਗਿੱਲ ਜੀ। ਇਹ ਸਾਡੇ ਗੁਆਂਢੀ ਪਿੰਡ ਤੋਂ ਨੇ, ਕੁਦਰਤੀ ਖੇਤੀ ਕਰਦੇ ਆ, ਸਰਦਾਰ ਦਰਸ਼ਨ ਸਿੰਘ ਭੁੱਲਰ ਜੀ। ਤੇ ਅਸੀਂ ਇਹ ਉਪਰਾਲਾ ਇਸ ਕਰਕੇ ਕੀਤਾ ਕਿ ਅਸੀਂ ਪਹਿਲਾਂ ਤਾਂ ਕਿਸਾਨ ਹਾਂ ਜੀ ਤੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਜੇ ਕਲਾ ਦਿੱਤੀ ਆ ਤੇ ਅੱਜ ਸਾਡੇ ਕਿਸਾਨ ਭਰਾਵਾਂ ਤੇ ਅਖਿਆਈ ਹੈ। ਜਿਹੜੇ 3 ਕਾਲੇ ਕਾਨੂੰਨ ਹੈ ਉਹ ਤਾਂ ਬਿਲਕੁਲ ਰੋਡ ਕਿਨਾਰੇ ਕਰ ਦੇਣਗੇ ਤੇ ਅਸੀਂ ਇਸ ਵਿਰੋਧ ਨੂੰ ਜਿਹੜਾ ਹੈਗਾ ਆਪਣਾ ਦਰਸਾਉਣ ਵਾਸਤੇ, ਉਹਦਾ ਸਮਰਥਨ ਕਰਨ ਵਾਸਤੇ ਆਪਣੇ ਕਿਸਾਨਾਂ ਦਾ ਅਸੀਂ ਇਹ ਜਿਹੜੀ ਨਿਵੇਕਲੀ ਕਲਾਕ੍ਰਿਤੀ ਤਿਆਰ ਕੀਤੀ ਆ। ਅਸੀਂ ਉਹ ਨਿਵੇਕਲੀ ਕਲਾਕ੍ਰਿਤੀ ਬਣਾ ਕੇ ਪਿੰਡ ਪਹਿਲਾਂ ਪ੍ਰਚਾਰ ਕਰਦੇ ਹੋਏ, ਪਹਿਲਾਂ ਅਸੀਂ ਅਦਾਨੀ ਦਾ ਜਿਹੜਾ ਸੈਲੋ ਪਲਾਂਟ ਹੈ ਘੱਲ ਕਲਾਂ 'ਚ, ਅਸੀਂ ਉੱਥੇ ਪਹਿਲਾਂ ਮੋਰਚਾ ਲਾਇਆ ਹੋਇਆ ਸੀ। ਫਿਰ ਅਸੀਂ ਪਿੰਡੋਂ ਪਿੰਡੀ ਪ੍ਰਚਾਰ ਕਰਦੇ ਹੋਏ ਅਸੀਂ ਜਿਹੜਾ ਹੈਗਾ ਹੁਣ ਦਿੱਲੀ ਜਾ ਕੇ ਝੰਡੇ ਕੱਢਾਂਗੇ। ਤੇ ਇਹ ਨਿਵੇਕਲਾ ਕਾਰਜ ਬਸ ਇਸੇ ਕਰਕੇ ਕੀਤਾ ਕਿ ਮਹਾਰਾਜ ਨੇ ਜੇ ਕਲਾ ਦਿੱਤੀ ਹੈ ਨਾ, ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਹਰ ਤਰ੍ਹਾਂ ਖੜੇ ਹਾਂ। ਤੁਸੀਂ ਇਦਾਂ ਦੇ ਤਿਆਰ ਕਰਦੇ ਹੋ ਸਕੈਚੂ ਕਿੱਦਾਂ ਜਾਂ? ਮੈਂ ਤੇ ਸੁਰਜੀਤ ਅਸੀਂ ਨਾ ਜਨਮਜਾਤ ਕਲਾਕਾਰ ਹਾਂ ਜੀ ਤੇ ਮੈਂ ਕਲਾਸ 1 ਅਫਸਰ ਦੀ ਜਿਹੜੀ ਹੈਗੀ ਹੈ ਨੌਕਰੀ ਤੋਂ ਰਿਜ਼ਾਈਨ ਦਿੱਤਾ ਹੈ ਜੀ ਕੁਝ ਸਾਲ ਪਹਿਲਾਂ। ਤੇ ਅਸੀਂ ਮਹਾਨ ਦੇਸ਼ ਭਗਤ ਪਾਰਕ ਬਣਾ ਰਹੇ ਹਾਂ ਦੇਸ਼ ਭਗਤਾਂ ਦੀ ਯਾਦ 'ਚ, ਕਿਉਂਕਿ ਅਸੀਂ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਜਿਹੜਾ ਹੈਗਾ ਭੁੱਲਣ ਨਹੀਂ ਦੇਣਾ। ਅਸੀਂ ਲੋਕਾਂ ਦੇ ਸਾਹਮਣੇ ਸਨਮੁਖ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਜੋ ਕੁਰਬਾਨੀਆਂ ਉਹ ਰੱਖਣ ਦਾ ਉਪਰਾਲਾ ਕਰ ਰਹੇ ਹਾਂ। ਆਪਣੇ ਪਿੰਡ ਦੇ ਵਿੱਚ ਮਹਾਨ ਦੇਸ਼ ਭਗਤ ਪਾਰਕ ਬਣਾਇਆ, ਉਹ ਅਸੀਂ ਉਧਰ ਕਾਰਜ ਕਰ ਹੀ ਰਹੇ ਸੀਗੇ ਤੇ ਉਦੋਂ ਹੀ ਸਾਨੂੰ ਫਿਰ ਇੱਧਰ ਜਿਹੜਾ ਹੈਗਾ ਕਾਲੇ ਕਾਨੂੰਨਾਂ ਦੇ ਕਰਕੇ ਸਾਡਾ ਮਨ ਬਹੁਤ ਖਰਾਬ ਹੋਇਆ, ਦੁਖੀ ਹੋਇਆ ਤੇ ਅਸੀਂ ਫਿਰ ਇਹ ਉਪਰਾਲਾ ਕੀਤਾ 1 ਮਹੀਨੇ ਤੋਂ ਅਸੀਂ ਫਿਰ ਲਗਾਤਾਰ ਇਹ ਕੰਮ ਕਰਕੇ ਤਿਆਰ ਕਰਕੇ ਫਿਰ ਪਿੰਡੋਂ ਪਿੰਡੀ ਅਸੀਂ ਜਿਹੜਾ ਹੈਗਾ ਉਹ ਇਸ ਰੋਹ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਅਸੀਂ ਜਿਹੜਾ ਹੈਗਾ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ। ਤੇ ਹੁਣ ਅਸੀਂ ਆਪਣਾ ਅੱਜ 12 ਸਾਥੀਆਂ ਨੂੰ ਨਾਲ ਲੈ ਕੇ ਅਸੀਂ ਹੁਣ ਦਿੱਲੀ ਨੂੰ ਕੂਚ ਕੀਤਾ ਹੋਇਆ। ਜਿੱਦਾਂ ਕਿਹਾ ਜਾ ਰਿਹਾ ਹੈ ਵੀ ਖਾਲਿਸਤਾਨੀ ਨੇ ਜਾਂ ਪਾਕਿਸਤਾਨ ਨਾਲ ਕਿਹਾ ਜਾਂਦਾ, ਨਕਸਲੀ ਕਿਹਾ ਜਾਂਦਾ ਹੈ ਤੇ ਚੀਨ ਨਾਲ ਵੀ ਤਾਰਾਂ ਜੋੜੀਆਂ ਜਾਂਦੀਆਂ ਨੇ, ਕੀ ਕਹੇਂਗੇ ਉਹ? ਉਹ ਇਹ ਸਰਕਾਰ ਦੀ ਲਾਚਾਰੀ ਤੇ ਨਾਕਾਮੀ ਤੇ ਨਲਾਇਕੀ ਹੈ ਵੀ ਆਪਣੇ ਅਸਲ ਮੁੱਦੇ ਤੋਂ ਜਿਹੜਾ ਹੈਗਾ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕੋਈ ਹੋਰ ਦਾ ਹੋਰ ਕੁਝ ਜੋੜ ਦਿੱਤਾ ਜਾਵੇ। ਪਹਿਲੀ ਤਾਂ ਗੱਲ ਸਾਰਿਆਂ ਨੂੰ ਹੀ ਹੁਣ ਪਤਾ ਹੈ, ਇਹ ਇਕੱਲੇ ਕਿਸਾਨਾਂ ਦਾ ਮੋਰਚਾ ਨਹੀਂ, ਇਹ ਪੂਰੇ ਦੇਸ਼ ਦੇ ਹਰ ਇੱਕ ਖੇਤਰ ਦੇ ਜਿਹੜੇ ਹੈਗੇ ਲੋਕ ਆ ਉਹਨਾਂ ਦਾ ਮੁੱਦਾ ਬਣ ਚੁੱਕਿਆ। ਕਿਉਂਕਿ ਕਿਸਾਨੀ ਜੇ ਅੰਨਦਾਤਾ ਖੁਸ਼ਹਾਲ ਹੈ ਤੇ ਦੇਸ਼ ਖੁਸ਼ਹਾਲ ਹੈ ਤੇ ਹੁਣ ਜਿਹੜਾ ਹੈਗਾ ਕਿਸਾਨ ਜਿਹੜਾ ਹੈਗਾ ਉਹ ਇਹਨਾਂ ਨੇ ਖਤਰੇ 'ਚ ਪਾਇਆ ਹੋਇਆ। ਇਸ ਕਰਕੇ ਕਿਸਾਨ, ਮਜ਼ਦੂਰ, ਦੁਕਾਨਦਾਰ, ਹਰ ਇੱਕ ਬੰਦਾ ਜਿਹੜਾ ਹੈਗਾ ਇਹ ਗੱਲ ਮਹਿਸੂਸ ਕਰ ਰਿਹਾ। ਇਸੇ ਕਰਕੇ ਐਡੀ ਵੱਡੀ ਲਹਿਰ ਖੜੀ ਹੋ ਗਈ ਤੇ ਸਰਕਾਰ ਨੂੰ ਝੁਕਣਾ ਪੈਣਾ। ਇਹ 3 ਕਾਲੇ ਕਾਨੂੰਨ ਜਿਹੜੇ ਉਹ ਵਾਪਸ ਲੈਣੇ ਪੈਣੇ। ਪਰ ਉਹ ਬਾਰ-ਬਾਰ ਬਿਆਨ ਦੇ ਰਹੇ ਨੇ ਵੀ ਇਹ ਜਿਹੜੇ ਬੈਠੇ ਨੇ ਇਹ ਤਾਂ ਦੇਸ਼ ਵਿਰੋਧੀ ਨੇ ਜਾਂ ਨਕਸਲੀ ਨੇ, ਮੁੱਠੀ ਪਰ ਕਿਸਾਨ ਨੇ, ਇਹ ਕਾਮਰੇਡ ਨੇ। ਕਹਿ ਰਹੇ ਨੇ ਕਿਸਾਨ ਜਿੰਨਾ ਮਰਜ਼ੀ ਅੰਦੋਲਨ ਕਰ ਲੈਣ, ਜੋ ਕੋਈ ਮਰਜ਼ੀ ਕਰ ਲੈਣ, ਸੋਧ ਕਰ ਦਾਂਗੇ ਪਰ ਰੱਦ ਨਹੀਂ ਹੋਣਗੇ।
ਉਹ ਅਸਲ ਦੇ ਵਿੱਚ ਉਹ ਵਿੱਚੋਂ ਬੁਰਖਲਾਹਟ ਦੇ ਵਿੱਚ ਆ ਸਰਕਾਰ। ਉਹ ਜਦੋਂ ਪਤਾ ਉਹਦੀ ਗੱਲ, ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਵੀ ਬੁਰਖਲਾਹਟ ਦੇ ਵਿੱਚ ਆ, ਇਸ ਤਰ੍ਹਾਂ ਦੇ ਬੇਤੁਕੇ ਜੀਆਂ ਗੱਲਾਂ ਕਰੀ ਜਾਣੀਆਂ। ਪਹਿਲੀ ਗੱਲ ਆ, ਕੋਈ ਪੜ੍ਹੇ ਲਿਖੇ ਬੰਦੇ ਨੂੰ ਤਾਂ ਸੋਭਦਾ ਨਹੀਂ, ਪਰ ਮੈਨੂੰ ਲੱਗਦਾ ਹੋ ਸਕਦਾ ਸਾਡੇ ਪ੍ਰਧਾਨ ਮੰਤਰੀ ਜੀ, ਮੈਨੂੰ ਨਹੀਂ ਲੱਗਦਾ ਕਿੰਨਾ ਕੁ ਪੜ੍ਹੇ, ਇਸ ਤਰ੍ਹਾਂ ਦੇ ਜਿਹੜੇ ਬੇਤੁਕੇ ਜਿਹੇ ਬਿਆਨ ਦੇਣੇ ਇਹ ਕਿਸੇ ਸਿਆਣੇ ਮਨੁੱਖ ਦਾ ਤਾਂ ਕੰਮ ਹੈ ਨਹੀਂਗਾ। ਚੰਦ ਕੇ ਲੋਕਾਂ ਨੂੰ ਕਾਰਪੋਰੇਟ ਜਿਹੜੇ ਅਦਾਰੇ ਹੈਗੇ ਆ ਉਹਨਾਂ ਨੂੰ ਦੇਸ਼ ਗਹਿਣੇ ਕੀਤਾ, ਹੁਣ ਉਹਨਾਂ ਨੂੰ ਪੂਰਾ ਵੇਚ ਦੇਣਾ ਇਹਨਾਂ ਨੇ। ਠੀਕ ਹੈ, ਪਹਿਲਾਂ ਸਾਈਲੋ ਬਣਾਏ, ਇਹ ਗੂੰਦਾਂ ਜਦੋਂ ਤੋਂ 1947 ਤੋਂ ਗੁੰਦੀਆਂ ਜਾ ਰਹੀਆਂ ਕਿਸਾਨੀ ਨੂੰ ਡਾਊਨ ਕਰਨ ਵਾਸਤੇ, ਕਿਉਂਕਿ ਹਰੇਕ ਬਗਾਵਤ ਜਦੋਂ ਵੀ ਉੱਠੀ ਹੈਗੀ ਹੈ, ਲਹਿਰ ਪੰਜਾਬ 'ਚ ਉੱਠੀ ਹੈਗੀ ਹੈ। ਪੰਜਾਬ ਨੂੰ 1947 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਹੌਲੀ ਹੌਲੀ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਪਹਿਲਾਂ ਪੰਜਾਬ ਤੋਂ ਹਰਿਆਣਾ ਬਣਾਤਾ, ਹਿਮਾਚਲ ਕੱਢਤਾ, ਕਿਉਂਕਿ ਸਾਡਾ ਮਹਾ ਪੰਜਾਬ ਸੀਗਾ, ਉਹ ਪੰਜਾਬੀ ਬਣਾਤਾ ਛੋਟਾ। ਹੁਣ ਗਾਂ ਵੀ ਸਕੀਮਾਂ ਹੈਗੀਆਂ ਵੀ ਇਹਨੂੰ ਕੁਛ ਰਾਜਸਥਾਨ ਨਾਲ ਕੋਈ ਜ਼ਿਲ੍ਹੇ ਲਾ ਦਿਓ, ਕੁਛ ਜੰਮੂ ਨਾਲ ਲਾ ਦਿਓ, ਇਹਨੂੰ ਜਮਾਂ ਛੋਟਾ ਕਰ ਦਿਓ ਤਾਂ ਕਿ ਇੱਥੋਂ ਕੋਈ ਬਗਾਵਤ ਹੀ ਨਾ ਉੱਠ ਸਕੇ। ਕਿਉਂਕਿ ਸਾਡਾ ਮੁੱਖ 80% ਖੇਤੀ ਦੇ ਆਧਾਰਿਤ ਕੰਮ ਹੈਗਾ। ਜੇ ਖੇਤੀ ਨਾ ਰਹੀ ਤੇ ਦੂਜੇ ਅਦਾਰੇ ਲੋਕ ਕਿੱਥੋਂ ਰਹਿਣਗੇ, ਬਿਜ਼ਨਸ ਕਿੱਥੋਂ ਰਹਿਣਗੇ। ਠੀਕ ਹੈ ਨਾ, ਇੱਕ ਲੇਖਕ ਹੋਣ ਦੇ ਨਾਤੇ, ਇੱਕ ਕਿਸਾਨ ਹੋਣ ਦੇ ਨਾਤੇ ਕੁਦਰਤੀ ਖੇਤੀ ਮੈਂ ਕਰ ਰਿਹਾ, ਕਿਰਤੀ ਕਿਸਾਨ ਕੁਦਰਤੀ ਖੇਤੀ ਫਾਰਮਾ, ਮੇਰਾ ਪਿੰਡ ਤਲਵੰਡੀ ਭੰਗੀਰੀਆਂ ਜ਼ਿਲ੍ਹਾ ਮੋਗਾ 'ਚ। ਅਸੀਂ ਇੱਕ ਕਿਸਾਨ ਕਰਕੇ ਆ ਰਹੇ, ਕਲਾਕਾਰ ਕਰਕੇ ਨਹੀਂ ਇੱਥੇ ਚੱਲੇ। ਜਦੋਂ ਖੇਤੀ ਨਾ ਰਹੀ ਤੇ ਦੇਸ਼ ਕਿੱਥੋਂ ਰਹੂਗਾ। ਠੀਕ ਹੈ ਨਾ, ਜਨਮ ਤੋਂ ਲੈ ਕੇ ਮੌਤ ਤੱਕ ਹਰੇਕ ਇਨਸਾਨ ਜਿਹੜਾ ਹੈਗਾ ਕਿਸਾਨ 'ਤੇ ਡਿਪੈਂਡ ਕਰਦਾ ਹੈ। ਪਹਿਲਾਂ ਜੰਮਦਾ ਬੱਚਾ ਦੁੱਧ ਪਿਆਉਣੇ ਹੈਗੇ ਆ, ਅਨਾਜ ਖਵਾਉਣੇ ਹੈਗੇ ਆ, ਦਲੀਏ ਖਵਾਉਣੇ ਹੈਗੇ ਆ, ਐਂਡ ਤੱਕ ਜੋ ਵੀ ਆਪਾਂ ਮੂੰਹ ਵਿੱਚ ਚੀਜ਼ ਪਾਉਂਦੇ ਆ ਜਿੰਦਾ ਰੱਖਣ ਵਾਸਤੇ, ਉਹ ਕਿਸਾਨ ਤਿਆਰ ਕਰਦਾ ਹੈਗਾ। ਜੇ ਕਿਸਾਨ ਹੀ ਨਾ ਰਿਹਾ, ਜਿੱਥੋਂ ਲਿਖਿਆ ਵੀ ਹੈਗਾ ਸੀ, ਨਾਰਾ ਵੀ ਇੱਕ ਲਿਖਿਆ ਹੈਗਾ, ਜਦ ਤੱਕ ਦੁਖੀ ਕਿਸਾਨ ਰਹੇਗਾ ਧਰਤੀ ਉੱਤੇ ਤੂਫਾਨ ਰਹੇਗਾ। ਔਰ ਇਹਦੇ ਸੰਬੰਧ ਵਿੱਚ ਮੈਂ ਇੱਕ ਗੀਤ ਵੀ ਲਿਖਿਆ, ਮੈਂ ਲੇਖਕ ਹੋਣ ਦੇ ਨਾਤੇ ਥੋੜ੍ਹਾ ਜਿਹਾ ਉਹ ਸੀਗਾ, ਜਿੱਤ ਕੇ ਮੁੜਾਂਗੇ, ਧੱਕੇ ਬੜੇ ਸਹਾਰੇ ਹੁਣ ਨਾ ਹੋਰ ਸਹਾਰਾਂਗੇ, ਜਿੱਤ ਕੇ ਮੁੜਾਂਗੇ ਦਿੱਲੀਏ ਤੇ ਇੱਥੋਂ ਹੁਣ ਨਾ ਹਾਰਾਂਗੇ। ਧਰਤੀ ਮਾਂ ਦੇ ਪੁੱਤ ਹਾਂ, ਕਣਕਾਂ ਬੀਜ ਕੇ ਆਏ ਹਾਂ, ਸਾਡੇ ਸਿਰ ਮਾਂ ਦਾ ਕਰਜ਼ਾ ਹੱਕ ਲੈ ਕੇ ਤਾਰਾਂਗੇ, ਧੱਕੇ ਬੜੇ ਸਹਾਰੇ ਹੁਣ ਨਾ ਹੋਰ ਸਹਾਰਾਂਗੇ, ਜਿੱਤ ਕੇ ਮੁੜਾਂਗੇ ਦਿੱਲੀਏ ਤੇ ਇੱਥੋਂ ਹੁਣ ਨਾ ਹਾਰਾਂਗੇ। ਚੋਰ ਹੋ ਗਏ ਰਾਖੇ ਵਾੜ ਖੇਤ ਨੂੰ ਖਾ ਗਈਏ, ਚੋਰ ਹੋ ਗਏ ਰਾਖੇ ਵਾੜ ਖੇਤ ਨੂੰ ਖਾ ਗਈਏ, ਚੋਰ ਹੋ ਗਏ ਰਾਖੇ ਵਾੜ ਖੇਤ ਨੂੰ ਖਾ ਗਈਏ, ਅਣਖ ਪੰਜਾਬ ਦੀ ਜਾਗੀ ਸਾਰਾ ਮੁਲਕ ਜਗਾ ਗਈਏ, ਅਣਖ ਪੰਜਾਬ ਦੀ ਜਾਗੀ ਸਾਰਾ ਮੁਲਕ ਜਗਾ ਗਈਏ। ਸਾਡੀ ਦੁੱਖਾਂ ਭਰੀਏ ਜੁੱਤੀ ਤੇਰੇ ਸਿਰ ਵਿੱਚ ਝਾੜਾਂਗੇ, ਧੱਕੇ ਬੜੇ ਸਹਾਰੇ ਹੁਣ ਨਾ ਹੋਰ ਸਹਾਰਾਂਗੇ, ਜਿੱਤ ਕੇ ਮੁੜਾਂਗੇ ਦਿੱਲੀਏ ਤੇ ਇੱਥੋਂ ਹੁਣ ਨਾ ਹਾਰਾਂਗੇ। ਸਬਰ ਪਰਖ ਨਾ ਸਾਡੀ ਤੈਨੂੰ ਦਿੱਲੀਏ ਕਹਿੰਦੇ ਹਾਂ, ਅਸੀਂ ਕਿਰਤੀ ਕਿਰਤ ਹਾਂ ਕਰਦੇ ਧੌਂਸ ਨਾ ਤੈਥੋਂ ਲੈਂਦੇ ਹਾਂ, ਅਸੀਂ ਕਿਰਤੀ ਕਿਰਤ ਹਾਂ ਕਰਦੇ ਧੌਂਸ ਨਾ ਤੈਥੋਂ ਲੈਂਦੇ ਹਾਂ, ਅਸੀਂ ਕਿਰਤੀ ਕਿਰਤਾਂ ਕਰਦੇ ਧੌਂਸ ਨਾ ਤੈਥੋਂ ਲੈਂਦੇ ਹਾਂ। ਇੱਕ ਲਾਈਨ ਮੈਂ ਭੁੱਲ ਗਿਆ ਤੇ ਮੈਂ ਬਹੁਤ ਵਧੀਆ ਤੁਸੀਂ ਲਿਖਿਆ ਇਹ। ਦੂਸਰਾ ਹੈਗਾ, ਇੱਕ ਹੋਰ ਹੈਗਾ, ਪੰਜਾਬੀ ਠੱਲਣ ਜਾਣਦੇ ਨੇ ਵਗਦੇ ਦਰਿਆਵਾਂ ਨੂੰ, ਟਿੱਚ ਜਾਣਦੇ ਹਾਂ ਅਸੀਂ ਤੇਰੇ ਘੁੱਗੀਆਂ ਕਾਵਾਂ ਨੂੰ, ਲੋੜ ਪਈ ਤਾਂ ਭੁੱਲਰ ਹੱਸ ਹੱਸ ਜਾਨਾਂ ਵਾਰਾਂਗੇ, ਧੱਕੇ ਬੜੇ ਸਹਾਰੇ ਹੁਣ ਨਾ ਹੋਰ ਸਹਾਰਾਂਗੇ, ਜਿੱਤ ਕੇ ਮੁੜਾਂਗੇ ਦਿੱਲੀਏ ਤੇ ਇੱਥੋਂ ਹੁਣ ਨਾ ਹਾਰਾਂਗੇ, ਜਿੱਤ ਕੇ ਮੁੜਾਂਗੇ ਦਿੱਤੇ ਹਾਂ। ਇੱਕ ਨਾ ਹੁਣ ਸਾਰੇ ਜਿਹੜੇ ਹੈਗੇ ਆ ਸੂਬਿਆਂ ਦੇ ਲੋਕ ਜਿਹੜੇ ਆ ਉਹ ਲਾਮਬੰਦ ਹੋ ਗਏ, ਜਿਹੜੇ ਇਹਨਾਂ ਨੇ ਵੰਡੀਆਂ ਪਾਈਆਂ ਸੀ ਨਾ, ਕੁਦਰਤੀ ਪਰਮਾਤਮਾ ਨੇ ਕਿਰਪਾ ਕੀਤੀ ਵੀ ਸਾਰੇ ਲੋਕ ਜਿਹੜੇ ਆ, ਚਾਹੇ ਉਹ ਹਰਿਆਣੇ ਦੇ ਆ, ਚਾਹੇ ਉਹ ਪੰਜਾਬ ਦੇ ਆ, ਚਾਹੇ ਕਿਸੇ ਵੀ ਮੁਲਕ ਦੇ ਆ, ਕਿਸੇ ਵੀ ਸੂਬੇ ਦੇ ਆ ਸਾਡੇ, ਹਨਾ, ਬਿਹਾਰ ਕੀ, ਯੂਪੀ ਕੀ, ਤਾਮਿਲਨਾਡੂ ਕੀ, ਉਹ ਸਾਰੇ ਇਕਾਗਰ ਮਨ ਹੋ ਕੇ ਨਾ ਇਸ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ। ਤੇ ਇਸ ਕਰਕੇ ਹੁਣ ਸਰਕਾਰ ਨੂੰ ਆਪ ਹੀ ਚਾਹੀਦਾ ਵੀ ਹੁਣ ਉਹ ਕਾਨੂੰਨ ਜਿਹੜੇ ਵਾਪਸ ਲੈ ਲੈਣੇ ਚਾਹੀਦੇ ਆ, ਤਾਂ ਕਿ ਜਿਹੜਾ ਲੋਕਾਂ ਦਾ ਰੋਹ ਜਿਹੜਾ ਹੈਗਾ ਨਾ ਉਹ ਹੋਰ ਨਾ ਪ੍ਰਚੰਡ ਹੋਵੇ। ਪਰ ਇਦਾਂ ਦੇ ਬਿਆਨਬਾਜ਼ੀ ਕੀਤੀ ਜਾਂਦੀ ਹੈ, ਨੈਸ਼ਨਲ ਮੀਡੀਆ ਵੱਲੋਂ ਵੀ ਪ੍ਰਚਾਰ ਕੀਤਾ ਜਾਂਦਾ ਵੀ ਖਾਲਿਸਤਾਨੀ ਨੇ। ਕੁਝ ਦਿਨ ਪਹਿਲਾਂ ਇੱਕ ਚੈਨਲ ਤੇ ਨਿਊਜ਼ ਚੱਲੀ ਖਾਲਸਾ ਏਡ ਬਾਰੇ, ਉਹਨਾਂ ਨੇ ਕਿਹਾ ਬਈ ਇਹ ਖਾਲਿਸਤਾਨੀ ਨਾਲ ਸੰਬੰਧਿਤ ਨੇ, ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ, ਕੀ ਕहेंगे? ਨਹੀਂ, ਉਹ ਤਾਂ ਸਗੋਂ ਉਹਨਾਂ ਦਾ ਯੋਗਦਾਨ ਪਾਇਆ, ਸੇਵਾ, ਜੇ ਮਨੁੱਖਤਾ ਦੀ ਸੇਵਾ ਕਰਨੀ ਜਿਹੜੀ ਹੈਗੀ ਉਹ ਕੋਈ ਮਾੜੀ ਹੈ? ਇਹ ਚਿੱਕੜ ਸੁੱਟ ਰਹੇ ਆ, ਕਿਉਂਕਿ ਇਹ ਲਹਿਰ ਨੂੰ ਬਦਨਾਮ ਕਰਨ ਵਾਸਤੇ ਹੱਥ ਕੰਡੇ ਫੋਕੇ ਹੱਥ ਕੰਡੇ ਵਰਤੇ ਜਾਂਦੇ ਆ। ਇਹਦੇ ਨਾਲ ਲਹਿਰ ਬਦਨਾਮ ਨਹੀਂ ਹੋਣ ਲੱਗੇਗੀ, ਕਿਉਂਕਿ ਲੋਕਾਂ ਨੂੰ ਹੁਣ ਸਭ ਕੁਝ ਪਤਾ ਲੱਗ ਚੁੱਕਾ। ਤੇ ਸਰਜੀਤ, ਤੂੰ ਕੀ ਕਹਿਣਾ ਚਾਹੁੰਦਾ? ਤੂੰ ਵੀ ਆਪਣਾ ਆਦਤ ਹੈ, ਜਿਵੇਂ ਨਾ ਕੋਈ ਕੰਮ ਚੰਗਾ ਕਰਦਾ ਤੇ ਉਹਨੂੰ ਅੱਤਵਾਦੀ ਕਹਦੇ, ਵੱਖਵਾਦੀ ਕਹਿ ਦਿਓ। ਜਿਵੇਂ ਇਹਨੇ ਸਾਡੇ ਤੇ ਤਿੰਨੇ ਕਾਲੇ ਕਾਨੂੰਨ ਜਿਹੜੇ ਥੋਪਤੇ ਨਾ, ਉਵੇਂ ਸਾਡੇ ਤੇ ਨਾਮ ਵੀ ਥੋਪ ਦਿੰਦੇ ਆ। ਇਹ ਬਹੁਤ ਇਹਨਾਂ ਦੀ ਹੈਗੀ ਹੈ ਜਿਹੜਾ ਵੀ ਕੰਮ ਕਰਦਾ। ਕਹਿ ਤਾਂ ਰਹੇ ਆ ਇਹ ਸੀਰੀਆ 'ਚ ਆਪਣੇ ਭੁੱਖਮਰੀ ਹੋਈ ਉੱਥੇ ਜਾਂਦੇ ਹੈਗੇ ਆ, ਬੰਗਾਲ ਅਸਾਮ 'ਚ ਵੀ ਉੱਥੇ ਜਾਂਦੇ ਹੈਗੇ ਆ, ਜਾਤ ਪਾਤ ਉੱਤੇ ਉੱਠ ਕੇ ਇਨਸਾਨੀਅਤ ਦੀ ਸੇਵਾ ਕਰਦੇ। ਜੇ ਇਨਸਾਨੀਅਤ ਦੀ ਸੇਵਾ ਕਰਨ ਵਾਲਾ ਅੱਤਵਾਦੀ ਹੈ ਤੇ ਸਾਰੇ ਅੱਤਵਾਦੀ ਬਣਨ ਨੂੰ ਤਿਆਰ ਹੈ।
ਠੀਕ ਹੈ ਨਾ। ਬਾਬੇ ਨਾਨਕ ਨੇ ਸਾਨੂੰ ਇਹੀ ਕਿਹਾ ਨਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਤਿੰਨੇ ਸਿਧਾਂਤ ਹੈ। ਅਸੀਂ ਉਸ ਤੇ ਕੰਮ ਕਰਦੇ ਹਾਂ। ਜੇ ਸਾਡੀ ਕਿਰਤ ਤੇ ਡਾਕਾ ਵੱਜ ਗਿਆ, ਨਾਮ ਜਪ ਕੇ ਵੰਡ ਛਕਣ ਦਾ ਤਾਂ ਮਸਲਾ ਹੀ ਨਹੀਂ ਪੈਦਾ ਹੁੰਦਾ ਹੈਗਾ। ਸੋ ਇਸ ਕਰਕੇ ਅੱਤਵਾਦੀ ਕਹਿਣ ਜਾਂ ਵੱਖਵਾਦੀ ਕਹਿਣ, ਪਰ ਅਸੀਂ ਸਾਰੇ ਭਰਾ ਹੈ। ਤੁਸੀਂ ਦੇਖ ਰਹੇ ਹੋਗੇ, ਮੈਂ ਉੱਥੇ ਪਹਿਲਾਂ ਟਿਕਰੀ ਬਾਰਡਰ ਤੇ ਜਾ ਕੇ ਆਇਆ ਪਰਸੋਂ, ਤੇ ਤੁਸੀਂ ਇੱਥੇ ਕੋਈ ਜਾਤ ਪਾਤ ਨਹੀਂ, ਕੋਈ ਧਰਮ ਨਹੀਂ, ਸਿਰਫ ਇਨਸਾਨੀਅਤ ਨਾਤੇ ਆਪਾਂ ਸਾਰੇ ਇਕੱਠੇ ਹੋਏ ਆ, ਸਾਰੇ ਭਰਾ ਇਕੱਠੇ ਆ। ਕਿਉਂਕਿ ਛੋਟਾ ਜ਼ਿਮੀਦਾਰ ਛੋਟਾ ਬਿਜ਼ਨਸਮੈਨ ਖਤਮ ਹੋ ਜਾਊਗਾ, ਦੁਕਾਨਾਂ ਖਤਮ ਹੋ ਜਾਣਗੀਆਂ। ਜੇ ਤਾਂ ਆਪਾਂ ਸਾਰਾ ਏਕਾ ਰੱਖਾਂਗੇ ਤਾਂ ਸਭ ਕੁਝ ਲੈ ਡਿੱਗਾਂਗੇ। ਆਪਾਂ ਨੂੰ ਏਕਾ ਤੇ ਸ਼ਾਂਤੀ ਰੱਖਣ ਦੀ ਲੋੜ ਹੈ। ਇਹਨਾਂ ਵੀਰ ਜੀ ਕਿਹਾ ਜਾ ਰਿਹਾ ਜਿਹੜੇ ਇੱਥੇ ਬੈਠੇ ਨੇ ਲੋਕ ਧਰਨਿਆਂ ਤੇ, ਇਹ ਬਿਲਕੁਲ ਵਿਹਲੇ ਲੋਕ ਨੇ, ਪਿਕਨਿਕ ਮਨਾਉਣ ਆ ਰਹੇ ਨੇ, ਇਹਨਾਂ ਨੂੰ ਕੋਈ ਕੰਮ ਨਹੀਂ। ਬੀਜੇਪੀ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ। ਨਹੀਂ, ਤੁਸੀਂ ਉਹ ਵੇਖੋ, ਤੁਸੀਂ ਬਾਕੀਆਂ ਦੀ ਗੱਲ ਆਪਾਂ ਬਾਅਦ ਚ ਕਰਦੇ ਆ, ਪਹਿਲਾਂ ਸਾਡੀ ਗੱਲ ਹੀ ਸੁਣੋ। ਅਸੀਂ ਹੁਣ ਜਾ ਰਹੇ ਨਾ ਧਰਨੇ ਤੇ। ਮੈਂ ਕਲਾਸ 1 ਅਫਸਰ ਦਾ ਜਿਹੜਾ ਹੈਗਾ ਡਿਊਟੀ ਤੋਂ ਆਪ ਰਿਜ਼ਾਈਨ ਦੇ ਕੇ ਲੱਗਿਆ। ਅਸੀਂ ਇੰਨੇ ਬਿਜੀ ਆ ਆਪਣੇ ਕੰਮਕਾਰ ਦੇ ਵਿੱਚ। ਤੁਸੀਂ ਵੈਸੇ ਆ ਨੈੱਟ ਤੇ ਸਰਚ ਕਰ ਲਓ ਜਾਂ ਤੁਸੀਂ ਸਾਡੇ ਇਲਾਕੇ ਤੋਂ ਪਤਾ ਕਰ ਲਓ ਕਿਤੋਂ ਵੀ। ਅਸੀਂ ਤੁਰ ਪਏ ਇੱਧਰ ਨੂੰ। ਆਹ ਡਾਕਟਰ ਸਾਹਿਬ ਨੇ ਇਹ ਸਾਡੇ ਨਾਲ ਤੁਰੇ ਹੋਏ ਆ। ਇੱਥੇ ਲੱਖਾਂ ਹੀ ਵਿਦਵਾਨ, ਸਾਹਿਤਕਾਰ, ਕਲਾਕਾਰ, ਹਨਾ, ਗਾਇਕ, ਚਿੱਤਰਕਾਰ, ਇਹ ਸਾਰੇ ਕਿਤੇ ਇਹਨਾਂ ਨੂੰ ਵਿਹਲੜ ਤੇ ਦੱਸਦੇ ਆ। ਮੈਂ ਕਹਿੰਦਾ ਸਾਡਾ ਪ੍ਰਧਾਨ ਮੰਤਰੀ ਵਿਹਲਾ ਹੈ। ਇਹ ਵਿਹਲਾ ਇਹ ਕਿਤੇ ਕਿਤੇ ਇੰਡੀਆ 'ਚ ਆਉਂਦਾ, ਬਾਕੀ ਬਾਹਰ ਤੁਰਿਆ ਫਿਰਦਾ ਰਹਿੰਦਾ। ਪ੍ਰਧਾਨ ਮੰਤਰੀ ਦਾ ਕੰਮ ਆਪਦੀ ਜਨਤਾ ਨੂੰ ਧਿਆਨ ਦੇਣਾ, ਉਹਦੀ ਵੈਲਫੇਅਰ ਦਾ ਕੰਮ ਕਰਨਾ। ਸਭ ਤੋਂ ਮਹਿੰਗੇ ਕੱਪੜੇ ਇਹਨਾਂ ਦੇ, ਠੀਕ ਹੈ ਨਾ। ਕਿਸਾਨਾਂ ਤੋਂ ਤਾਂ ਪੈਂਦੇ ਨੇ ਇਹੋ ਜਿਹੇ ਕੱਪੜੇ। ਇਹ ਉਦੋਂ ਲੋਕ ਕਹਿੰਦੇ ਸ਼ੁਕਰ ਹੈ ਸਾਡਾ ਪ੍ਰਧਾਨ ਮੰਤਰੀ ਹਿੰਦੁਸਤਾਨ 'ਚ ਆਇਆ ਹੈ। ਇਹ ਤਾਂ ਰਹਿੰਦਾ ਹੀ ਬਾਹਰ ਹੈ। ਕਿਹੜਾ ਹੈਗਾ ਕੰਟਰੀ ਜਿੱਥੇ ਨਹੀਂ ਗਿਆ। ਸੋ ਵਿਹਲਾ ਕੌਣ ਹੈ, ਇਹ ਲੋਕ ਜਾਣਦੇ ਆ। ਉਹ ਇਦਾਂ ਦੀਆਂ ਗੱਲਾਂ ਕਰਕੇ ਉਹ ਸਵਾਮੀਨਾਥਨ ਰਿਪੋਰਟ ਤੋਂ ਭੱਜਣਾ ਵੀ ਚਾਹੁੰਦੇ ਆ। ਤੁਸੀਂ ਵੇਖੋ ਚੋਣ ਮੈਨੀਫੈਸਟੋ ਦੇ ਵਿੱਚ ਸੀ ਨਾ ਸਵਾਮੀਨਾਥਨ ਰਿਪੋਰਟ, ਫਿਰ ਕਿਉਂ ਨਹੀਂ ਲਾਗੂ ਕੀਤੀ ਉਸ ਬੰਦੇ ਗੱਲ ਤੋਂ? ਇਹ ਭੱਜ ਗਏ ਲੋਕ। ਉਹ ਫਿਰ ਉਸ ਨੂੰ ਲੁਕਾਉਣ ਵਾਸਤੇ ਨਾ ਗੱਲਾਂ ਨੂੰ ਨਕਾਮੀ ਆਪਣੀ ਜਿਹੜੀ ਹੈਗੀ ਉਹ ਗੱਲਾਂ ਬਾਤਾਂ ਨਾਲ ਜ਼ਾਹਰ ਕਰਦੇ ਰਹਿੰਦੇ ਆ। ਸਵਾਮੀਨਾਥਨ ਦੀ ਰਿਪੋਰਟ ਵੀ ਇਹਨਾਂ ਨੇ ਕਿਹਾ ਸੀਗਾ 15-15 ਲੱਖ ਰੁਪਈਆ ਵੀ ਕਿਹਾ ਸੀਗਾ ਵੀ ਖਾਤਿਆਂ 'ਚ ਆਊਗਾ ਹਰ ਇੱਕ ਦੇ। ਉਹ ਤੁਹਾਨੂੰ ਲੱਗਦਾ ਹੈ ਕਿੱਦਾਂ? ਦੇਖੋ ਕੁਝ ਨਹੀਂ ਕਿਹਾ, ਜਿਹੜਾ ਕਿਹਾ ਸੀਗਾ ਉਹ ਤਾਂ ਕੁਝ ਵੀ ਨਹੀਂ ਕੀਤਾ ਇਹਨਾਂ ਨੇ। ਆਹ ਸਵਾਮੀਨਾਥਨ ਰਿਪੋਰਟ ਦਾ ਕਿਹਾ ਸੀਗਾ ਤੇ ਉਹ ਨਹੀਂ ਕੀਤੀ। ਆਹ ਤਿੰਨ ਲਿਆ ਕੇ ਬਿੱਲ ਸਾਡੇ ਘਟੀਆ ਕਿਸਮ ਦੇ ਸਾਡੇ ਸਿਰ ਤੇ ਲਿਆ ਕੇ ਕਢਾਤੇ ਇਹਨਾਂ ਨੇ, ਹਨਾ। ਇਹ ਰਿਪੋਰਟ ਲਾਗੂ ਹੋ ਜਾਵੇ ਸਾਰੇ ਮਸਲੇ ਹੱਲ ਹੁੰਦੇ ਆ। 2800 ਪੇਜ ਦੀ ਰਿਪੋਰਟ ਆ ਇਹ, ਕਿਸਾਨਾਂ ਦੇ ਫਾਇਦੇ ਚ। ਠੀਕ ਹੈ ਨਾ। ਇਹ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਇਹ ਕਹਿ ਕੇ ਤਾਂ ਇੱਥੇ ਆਪਣੀ ਸੱਤਾ ਦੇ ਵਿੱਚ ਆਈ ਸੀਗੀ। ਕਲਾਕਿਰਤ ਵੀ ਜਿਹੜੀ ਨਾ ਇਹ ਇਸੇ ਤਰ੍ਹਾਂ ਬਣਾਈ ਆ ਡਾਕਟਰ ਸਵਾਮੀਨਾਥਨ, ਜਿਵੇਂ ਕਿਸਾਨ ਨੂੰ ਇਸ ਤਰ੍ਹਾਂ ਹੱਥ ਰੱਖ ਕੇ ਕਹਿ ਰਹੇ ਨਾ ਵੀ ਤੂੰ ਪਰਵਾਹ ਨਾ ਕਰ, ਰਿਪੋਰਟ ਲਾਗੂ ਹੋਊਗੀ, ਤੇ ਵਾਕਈ ਹੋਊਗੀ, ਹਨਾ। ਇਹ ਹੋ ਜਾਣੀ ਆ। ਤੇ ਇਹ ਕਾਨੂੰਨਾਂ ਬਾਰੇ ਕੀ ਕਹਿਣਾ? ਰੱਦ ਹੋਣਗੇ? ਅੱਜ ਵੀ ਮੀਟਿੰਗ ਹੈ, ਕਿੱਦਾਂ ਲੱਗੇ? ਇਹ 'ਚ ਤਾਂ ਕੋਈ ਸ਼ੱਕ ਹੀ ਨਹੀਂ, ਤਾਂ ਰੱਦ ਹੋ ਜਾਣੇ ਆ। ਜੀ, ਇੰਨੇ ਲੋਕਾਂ ਦੀਆਂ ਦੁਆਵਾਂ, ਉਹ ਪ੍ਰਮਾਤਮਾ ਨੇ ਕਿਰਪਾ ਕਰਨੀ ਆ। ਇਹ ਤਾਂ ਮਾਮੂਲੀ ਗੱਲ, ਰੱਦ ਹੋ ਜਾਣੇ, ਇਹ ਤਾਂ ਕੋਈ ਗੱਲ ਨਹੀਂ। ਧੰਨਵਾਦ ਜੀ। ਅਸੀਂ ਤੁਹਾਨੂੰ ਇੱਕ ਵਾਰ ਫਿਰ ਦਿਖਾਉਂਦੇ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਜ਼ਰੂਰ ਦਿਖਾਇਆ ਜਾਵੇ ਜੋ ਵੀਰਾਂ ਨੇ ਸਕੈਚੂ ਤਿਆਰ ਕੀਤਾ ਇੱਧਰ ਦੀ ਆ ਕੇ। ਇੱਥੇ ਇਹਨਾਂ ਨੇ, ਇੱਥੋਂ ਦੀ ਆ ਜਾਓ, ਇਹਨਾਂ ਨੇ ਤਿਆਰ ਕੀਤਾ ਵੀਰਾਂ ਨੇ। ਕਿਸਾਨ ਹਲ ਜੋਤ ਰਿਹਾ ਇਹ ਬਲਦਾਂ ਨਾਲ, 2 ਬੈਲਾਂ ਦੀ ਜੋੜੀ ਆ, ਤੇ ਉਹਨਾਂ ਦੇ ਨਾਲ ਸਵਾਮੀਨਾਥਨ ਜੀ ਦੀ ਸਕੈਚੂ ਵੀ ਤਿਆਰ ਕੀਤੀ ਗਈ ਆ। ਉਹ ਖੜੇ ਨੇ, ਉਹ ਕਿਸਾਨ ਨੂੰ ਥਾਪਣਾ ਦੇ ਰਹੇ ਨੇ ਬਈ ਕੋਈ ਨਾ ਫਿਕਰ ਨਾ ਕਰੇ, ਕਾਨੂੰਨ ਵੀ ਰੱਦ ਹੋਣਗੇ ਤੇ ਸਵਾਮੀਨਾਥਨ ਦੀ ਰਿਪੋਰਟ ਵੀ ਲਾਗੂ ਹੋਊਗੀ। ਡਟੇ ਰਹੋ ਤੇ ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰਨੇ ਹੀ ਪੈਣੇ ਨੇ। ਕੈਮਰਾਮੈਨ ਮਲਕੀਤ ਭੰਗੂ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਹਰਿਆਣਾ।